ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ ਹੋਈ 6ਵੀਂ ਜਮਾਤ ਦੀ ਪਾਠ ਪੁਸਤਕ ਪੰਜਾਬੀ ਦੂਜੀ ਭਾਸ਼ਾ ਦਾ 9ਵਾਂ ਪਾਠ ਕਰਾਂਗੇ। ਇਹ ਪਾਠ ਦਾ ਸਿਰਲੇਖ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਸਵਾਲ ਪੁੱਛਣਾ ਚਾਹਾਂਗੀ। ਮੇਰਾ ਪਹਿਲਾ ਸਵਾਲ ਹੈ ਕਿ ਤੁਸੀਂ ਕਦੀ ਕੋਈ ਯਾਤਰਾ ਕੀਤੀ ਹੈ। ਮੇਰਾ ਦੂਸਰਾ ਸਵਾਲ ਹੈ ਕਿ ਤੁਸੀਂ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਕੀਤੀ ਹੈ। ਮੈਨੂੰ ਪਤਾ ਹੈ ਬਹੁਤ ਸਾਰੇ ਬੱਚਿਆਂ ਨੇ ਸ਼੍ਰੀ ਅਮਰਨਾਥ ਸਾਹਿਬ ਦੀ ਯਾਤਰਾ ਨਹੀਂ ਕੀਤੀ ਹੋਵੇਗੀ। ਇਸ ਦਾ ਕਾਰਨ ਕਿਉਂਕਿ ਸ਼੍ਰੀ ਅਮਰਨਾਥ ਸਾਹਿਬ ਬਹੁਤ ਦੂਰ ਹੈ ਅਤੇ ਇਸ ਤੋਂ ਇਲਾਵਾ ਇਹ ਯਾਤਰਾ ਬਹੁਤ ਹੀ ਔਖੀ ਮੰਨੀ ਜਾਂਦੀ ਹੈ। ਪਰ ਜੇ ਮੈਂ ਤੁਹਾਨੂੰ ਕਹਾਂ ਕਿ ਅੱਜ ਮੈਂ ਤੁਹਾਨੂੰ ਤੁਹਾਡੇ ਘਰ ਬੈਠੇ ਹੀ ਸ਼੍ਰੀ ਅਮਰਨਾਥ ਜੀ ਦੇ ਦਰਸ਼ਨ ਕਰਵਾ ਸਕਦੀ ਹਾਂ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ? ਬਹੁਤ ਵਧੀਆ ਨਾ। ਤਾਂ ਇਹੀ ਹੈ ਸਾਡੇ ਅੱਜ ਦੇ ਇਸ ਪਾਠ ਦਾ ਸਿਰਲੇਖ, ਯਾਤਰਾ ਸ਼੍ਰੀ ਅਮਰਨਾਥ, ਅਤੇ ਇਸ ਦੇ ਲੇਖਕ ਹਨ ਸ਼੍ਰੀ ਅਮਰੀਕ ਸਿੰਘ ਦਿਆਲ ਜੀ। ਇਸ ਪਾਠ ਨੂੰ ਕਰਨ ਤੋਂ ਪਹਿਲਾਂ ਅਸੀਂ ਇਸ ਦੇ ਲੇਖਕ ਅਮਰੀਕ ਸਿੰਘ ਦਿਆਲ ਜੀ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਹਾਸਿਲ ਕਰ ਲੈਂਦੇ ਹਾਂ। ਅਮਰੀਕ ਸਿੰਘ ਦਿਆਲ ਹੁਸ਼ਿਆਰਪੁਰ ਦੇ ਪਿੰਡ ਹੈਬੋਵਾਲ ਬੀਤ, ਤਹਿਸੀਲ ਗੜਸ਼ੰਕਰ ਨਾਲ ਸੰਬੰਧ ਰੱਖਦੇ ਹਨ। ਉਹਨਾਂ ਨੇ MA ਪੰਜਾਬੀ ਦੇ ਨਾਲ MA ਜਰਨਲਿਜ਼ਮ ਵੀ ਕੀਤੀ ਹੋਈ ਹੈ। ਉਹਨਾਂ ਦੀ ਇੱਕ ਕਿਤਾਬ ਹੈ ਰੁੱਖਾਂ ਵਰਗੇ ਮਨੁੱਖ, ਇੱਕ ਲੇਖ ਸੰਗ੍ਰਹਿ ਹੈ। ਅਮਰੀਕ ਸਿੰਘ ਜੀ ਅਖਬਾਰਾਂ ਲਈ ਅਤੇ ਸਕੂਲ ਦੀਆਂ ਕਿਤਾਬਾਂ ਲਈ ਵੀ ਬਹੁਤ ਸਾਰੇ ਲੇਖ ਲਿਖਦੇ ਰਹਿੰਦੇ ਹਨ। ਉਹਨਾਂ ਦੇ ਲੇਖ ਮੁੱਖ ਤੌਰ 'ਤੇ ਕੰਢੀ ਇਲਾਕੇ ਨਾਲ ਸੰਬੰਧਿਤ ਹੁੰਦੇ ਹਨ ਅਤੇ ਉਹਨਾਂ ਬਾਰੇ ਜਾਣਨਾ ਹੋਰ ਵੀ ਜ਼ਿਆਦਾ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਅਮਰੀਕ ਸਿੰਘ ਦਿਆਲ ਜੀ ਇੱਕ ਪੰਜਾਬੀ ਦੇ ਅਧਿਆਪਕ ਵੀ ਹਨ। ਉਹ ਇਸ ਸਮੇਂ ਸਰਕਾਰੀ ਮਿਡਲ ਸਕੂਲ ਪਿੰਡ ਨੈਨਵਾ ਵਿੱਚ ਬਤੌਰ ਪੰਜਾਬੀ ਅਧਿਆਪਕ ਸੇਵਾ ਨਿਭਾ ਰਹੇ ਹਨ। ਤਾਂ ਆਓ ਅਮਰੀਕ ਸਿੰਘ ਜੀ ਦੇ ਇਸ ਲਿਖੇ ਹੋਏ ਪਾਠ ਨੂੰ ਪੜ੍ਹੀਏ ਅਤੇ ਉਹਨਾਂ ਦੇ ਨਾਲ ਅਸੀਂ ਵੀ ਸ਼੍ਰੀ ਅਮਰਨਾਥ ਸਾਹਿਬ ਜੀ ਦੀ ਯਾਤਰਾ ਦਾ ਮਜ਼ਾ ਲਈਏ। ਪਾਠ ਨੂੰ ਸ਼ੁਰੂ ਕਰਨ ਲੱਗੀ ਹਾਂ, ਤਿਆਰੀ ਕਰ ਲਓ, ਅਸੀਂ ਅੱਜ ਅਮਰਨਾਥ ਸਾਹਿਬ ਜਾਣਾ ਹੈ। ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਸਾਥੀਆਂ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਐਤਕੀ ਛੁੱਟੀਆਂ ਕਿਵੇਂ ਬਿਤਾਈਆਂ ਜਾਣ। ਐਤਕੀ ਮਤਲਬ ਇਸ ਵਾਰ। ਸਾਥੀਆਂ ਨੇ ਕਈ ਸਥਾਨਾਂ 'ਤੇ ਜਾਣ ਦੀ ਸਲਾਹ ਬਣਾਈ ਪਰ ਅਖੀਰ 'ਚ ਗੱਲ ਸ਼੍ਰੀ ਅਮਰਨਾਥ 'ਤੇ ਆ ਕੇ ਰੁਕੀ। ਉਹਨਾਂ ਨੇ ਬਹੁਤ ਸਾਰੀਆਂ ਸਲਾਹਾਂ ਕੀਤੀਆਂ ਪਰ ਐਂਡ ਵਿੱਚ ਕੀ ਡਿਸਾਈਡ ਹੋਇਆ ਕਿ ਸ਼੍ਰੀ ਅਮਰਨਾਥ ਸਾਹਿਬ ਜਾਇਆ ਜਾਵੇ। ਇਹ ਸਥਾਨ ਜੰਮੂ ਕਸ਼ਮੀਰ ਪ੍ਰਾਂਤ ਵਿੱਚ ਪੈਂਦਾ ਹੈ। ਇਸ ਬਾਰੇ ਸਾਰੇ ਸਹਿਮਤ ਹੋ ਗਏ ਕਿਉਂਕਿ ਇਹ ਸਥਾਨ ਪਹਿਲਾਂ ਸਾਡੇ ਵਿੱਚੋਂ ਕਿਸੇ ਨੇ ਵੀ ਨਹੀਂ ਸੀ ਦੇਖਿਆ। ਇਸ ਸਥਾਨ ਬਾਰੇ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਤਿਆਰੀਆਂ ਸ਼ੁਰੂ ਹੋ ਗਈਆਂ ਅਤੇ ਚੱਲਣ ਲਈ ਦਿਨ ਮਿਥ ਲਿਆ ਗਿਆ। ਦਿਨ ਮਿਥ ਲਿਆ ਮਤਲਬ ਦਿਨ ਡਿਸਾਈਡ ਕਰ ਲਿਆ ਕਿ ਇਸ ਤਰੀਕ ਨੂੰ ਅਸੀਂ ਜਾਵਾਂਗੇ। ਗੜਸ਼ੰਕਰ ਤੋਂ ਯਾਤਰੀ ਬੱਸ ਫੜ ਕੇ ਅਸੀਂ ਚੰਡੀਗੜ੍ਹ ਜੰਮੂ ਮਾਰਗ ਰਾਹੀਂ ਅੱਧੀ ਰਾਤ 12 ਕੁ ਵਜੇ ਲਖਨਪੁਰ ਸਰਹੱਦ 'ਤੇ ਪਹੁੰਚੇ। ਇੱਥੋਂ ਜੰਮੂ ਕਸ਼ਮੀਰ ਪ੍ਰਾਂਤ ਸ਼ੁਰੂ ਹੁੰਦਾ ਹੈ। ਇੱਥੇ ਚੈਕਿੰਗ ਅਤੇ ਟੈਕਸ ਅਦਾ ਕਰਨ ਲਈ ਕਾਫੀ ਸਮਾਂ ਰੁਕਣਾ ਪਿਆ। ਤਾਂ ਉੱਥੇ ਯਾਤਰਾ ਦਾ ਪਹਿਲਾ ਪੜਾਅ ਜੋ ਕਿ ਜੰਮੂ ਕਸ਼ਮੀਰ ਦੀ ਸਰਹੱਦ 'ਤੇ ਹੈ ਲਖਨਪੁਰ, ਉੱਥੇ ਉਹ ਪਹੁੰਚ ਗਏ ਹਨ। ਜ਼ਿਆਦਾਤਰ ਯਾਤਰੀ ਇੱਥੋਂ ਦੇ ਮਸ਼ਹੂਰ ਪਕਵਾਨ ਲੱਡੂਆਂ ਦਾ ਸਵਾਦ ਚੱਖ ਰਹੇ ਸਨ। ਰਾਤ 2 ਵਜੇ ਦੇ ਕਰੀਬ ਬੱਸ ਚੱਲੀ ਅਤੇ ਨੀਂਦ ਦੀ ਘੂਕੀ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਰਾਤ ਬੀਤ ਗਈ। ਨੀਂਦ ਦੀ ਘੂਕੀ ਮਤਲਬ ਗੂੜੀ ਨੀਂਦ। ਜਦੋਂ ਮੂੰਹ ਹਨੇਰੇ ਚਨੈਨੀ ਨਾਮਕ ਸਥਾਨ 'ਤੇ ਪਹੁੰਚੇ ਤਾਂ ਮਨਮੋਹਕ ਨਜ਼ਾਰੇ ਸ਼ੁਰੂ ਹੋ ਚੁੱਕੇ ਸਨ। ਮੂੰਹ ਹਨੇਰੇ ਮਤਲਬ ਬਿਲਕੁਲ ਤੜਕੇ ਦਾ ਉਹ ਸਮਾਂ ਜਦੋਂ ਹਜੇ ਪੂਰੀ ਤਰ੍ਹਾਂ ਚਾਨਣ ਨਹੀਂ ਹੋਇਆ ਹੁੰਦਾ। ਰਸਤੇ ਵਿੱਚ ਵਿਰਲੇ ਲੰਗਰ ਵੀ ਚੱਲ ਰਹੇ ਸਨ। ਪਤਨੀਟਾਪ ਪਹੁੰਚੇ ਤਾਂ ਰਮਣੀਕ ਵਾਦੀਆਂ 'ਚ ਘਿਰੇ ਦਿਓਦਾਰ ਤੇ ਰੁੱਖ ਵੱਖਰਾ ਨਜ਼ਾਰਾ ਪੇਸ਼ ਕਰ ਰਹੇ ਸਨ। ਰਮਣੀਕ ਮਤਲਬ ਬਹੁਤ ਹੀ ਰੌਣਕ ਭਰੇ ਸੁੰਦਰ ਵਾਦੀਆਂ। ਇੱਥੇ ਰੁਮਕਦੀ ਠੰਡੀ ਹਵਾ ਨਾਲ ਪਿਛਲੇ ਮੈਦਾਨੀ ਇਲਾਕਿਆਂ ਦੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ। ਅੱਤ ਦੀ ਗਰਮੀ ਮਤਲਬ ਬਹੁਤ ਜ਼ਿਆਦਾ ਗਰਮੀ, ਉਸ ਤੋਂ ਰਾਹਤ ਮਿਲੀ, ਉਸ ਤੋਂ ਨਿਜਾਤ ਮਿਲੀ ਠੰਡੇ ਇਲਾਕੇ ਵਿੱਚ ਪਹੁੰਚਣ ਤੋਂ ਬਾਅਦ। ਰਾਮਬਾਨ ਤੋਂ ਅੱਗੇ 2.5 ਕਿਲੋਮੀਟਰ ਲੰਬੀ ਜਵਾਹਰ ਸੁਰੰਗ ਲੰਘਣੀ ਪੈਂਦੀ ਹੈ। ਤਾਂ ਇੱਥੇ ਇੱਕ ਸੁਰੰਗ ਦਾ ਜ਼ਿਕਰ ਆ ਰਿਹਾ ਜੋ ਕਿ 2.5 ਕਿਲੋਮੀਟਰ ਲੰਬੀ ਹੈ, ਜਵਾਹਰ ਸੁਰੰਗ। ਕਾਂਜੀ ਕੁੰਡ ਤੋਂ ਅਨੰਤਨਾਗ ਹੁੰਦੇ ਹੋਏ ਅਸੀਂ ਸ਼ਾਮ 5 ਕੁ ਵਜੇ ਪਹਿਲਗਾਮ ਪਹੁੰਚ ਗਏ। ਇਸ ਸਥਾਨ ਦੇ ਕੁਦਰਤੀ ਨਜ਼ਾਰੇ ਵੇਖਣ ਵਾਲੇ ਹਨ।
ਇੱਥੇ ਚੁਫੇਰਿਓਂ ਸੁਰੱਖਿਆ ਛਤਰੀ ਨਾਲ ਘਿਰੇ ਬੇਸ ਕੈਂਪ ਵਿੱਚ ਦਾਖਲ ਹੋ ਕੇ ਇੱਕ ਟੈਂਟ ਕਿਰਾਏ 'ਤੇ ਲੈ ਲਿਆ। ਤਾਂ ਅਮਰਨਾਥ ਸਾਹਿਬ ਜਿਹੜੇ ਵੀ ਯਾਤਰੀ ਜਾਂਦੇ ਨੇ ਉਹ ਪਹਿਲਾਂ ਇੱਕ ਬੇਸ ਕੈਂਪ 'ਤੇ ਪਹੁੰਚਦੇ ਹਨ, ਜਿੱਥੇ ਕਿ ਸਾਰੇ ਯਾਤਰੀ ਇੱਕ ਜਗ੍ਹਾ ਰੁਕਦੇ ਹਨ। ਅਤੇ ਸੁਰੱਖਿਆ ਛਤਰੀ ਇਸ ਕਰਕੇ ਕਿਉਂਕਿ ਉਹਦੇ ਆਸ-ਪਾਸ ਸਿਕਿਉਰਿਟੀ ਦਾ ਬਹੁਤ ਤਕੜਾ ਇੰਤਜ਼ਾਮ ਹੁੰਦਾ ਹੈ। ਯਾਤਰਾ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਉਚੇਚੇ ਪ੍ਰਬੰਧ ਕੀਤੇ ਹੋਏ ਸਨ। ਉਚੇਚੇ ਮਤਲਬ ਖਾਸ ਪ੍ਰਬੰਧ। ਸੁਰੱਖਿਆ ਦੇ ਪੁਖਤਾ ਇੰਤਜ਼ਾਮ ਸਨ। ਮੈਡੀਕਲ ਕੈਂਪ ਲੱਗੇ ਹੋਏ ਸਨ। ਮੈਡੀਕਲ ਯਾਨੀ ਕਿ ਜੇ ਕੋਈ ਬੰਦਾ ਬਿਮਾਰ ਹੋ ਜਾਵੇ ਜਾਂ ਕਿਸੇ ਨੂੰ ਕੋਈ ਮੁਸ਼ਕਿਲ ਆਵੇ ਤਾਂ। ਯਾਤਰੀਆਂ ਦੀ ਸਹੂਲਤ ਲਈ ਆਰਜ਼ੀ ਤੌਰ 'ਤੇ ਪਖਾਨੇ ਅਤੇ ਇਸ਼ਨਾਨ ਘਰ ਬਣਾਏ ਗਏ ਸਨ। ਤਾਂ ਆਰਜ਼ੀ ਮਤਲਬ ਟੈਂਪਰੇਰੀ, ਕਿਉਂਕਿ ਉਹ ਕੋਈ ਪੱਕੀ ਜਗ੍ਹਾ ਨਹੀਂ ਹੈ, ਇੱਕ ਮੈਦਾਨ ਵਿੱਚ ਕੈਂਪ ਲਾਇਆ ਜਾਂਦਾ ਹੈ, ਤਾਂ ਟੈਂਪਰੇਰੀ ਟੋਇਲਟਸ ਅਤੇ ਬਾਥਰੂਮ ਜਿਹੜੇ ਉੱਥੇ ਬਣਾਏ ਗਏ ਸਨ। ਲੰਗਰ ਵਿੱਚ ਖੀਰ, ਜਲੇਬੀ, ਕੇਸਰ ਦੁੱਧ, ਮੁਰੱਬਾ ਅਤੇ ਦੱਖਣੀ ਰਾਜਾਂ ਦੇ ਤਰ੍ਹਾਂ ਤਰ੍ਹਾਂ ਦੇ ਸੁਆਦੀ ਪਕਵਾਨ ਪਰੋਸੇ ਜਾਂਦੇ ਹਨ। ਤਾਂ ਇੰਨਾ ਸੁਆਦੀ ਲੰਗਰ ਉੱਥੇ ਮਿਲ ਰਿਹਾ, ਚਲੋ ਫਟਾਫਟ ਸਾਰੇ ਖਾ ਲਓ। ਲੰਗਰ ਪਾਣੀ ਛਕ ਕੇ ਜਦੋਂ ਬਿਸਤਰਿਆਂ ਵਿੱਚ ਟਿਕੇ ਤਾਂ ਅਸਮਾਨ 'ਤੇ ਬੱਦਲਵਾਈ ਸੀ। ਛਕ ਕੇ ਮਤਲਬ ਖਾ ਕੇ। ਸਵੇਰੇ ਹਾਲੇ ਰਜਾਈਆਂ ਵਿੱਚ ਹੀ ਸਾਂ ਕਿ ਅਨਾਊਂਸਮੈਂਟ ਰਾਹੀਂ ਸੂਚਨਾ ਮਿਲੀ ਕਿ ਸ਼ੇਸ਼ਨਾਗ ਅਤੇ ਉੱਪਰ ਵਾਲੇ ਇਲਾਕਿਆਂ ਵਿੱਚ ਹੋ ਰਹੀ ਭਾਰੀ ਵਰਖਾ ਕਾਰਨ ਅੱਜ ਯਾਤਰਾ ਰੁਕੀ ਰਹੇਗੀ। ਕਿਉਂਕਿ ਵਰਖਾ ਹੋ ਰਹੀ ਹੈ, ਇਸ ਕਰਕੇ ਅੱਜ ਉਹਨਾਂ ਨੇ ਯਾਤਰਾ ਸ਼ੁਰੂ ਨਹੀਂ ਕਰਨੀ ਸੀ। ਤੀਜੇ ਦਿਨ ਸਵਖਤੇ ਯਾਤਰਾ ਸ਼ੁਰੂ ਹੋਣ ਦੀ ਅਨਾਊਂਸਮੈਂਟ ਹੋਣ ਕਰਕੇ ਯਾਤਰੀਆਂ ਨੇ ਨਹਾ ਧੋ ਕੇ ਫਟਾਫਟ ਆਪਣਾ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ। ਸਵਖਤੇ ਮਤਲਬ ਬਿਲਕੁਲ ਤੜਕੇ। ਤਾਂ ਤੜਕੇ ਅਨਾਊਂਸਮੈਂਟ ਹੋਈ ਕਿ ਯਾਤਰਾ ਸ਼ੁਰੂ ਹੋਵੇਗੀ, ਇਸ ਕਰਕੇ ਯਾਤਰੀ ਫਟਾਫਟ ਤਿਆਰ ਹੋ ਗਏ। ਸਮਾਨ ਸਮੇਟਣਾ, ਸਮਾਨ ਨੂੰ ਇਕੱਠਾ ਕਰਨਾ। ਭਾਰੀ ਸਮਾਨ ਬੱਸਾਂ ਅਤੇ ਹੋਰਾਂ ਵਾਹਨਾਂ ਵਿੱਚ ਰੱਖ ਕੇ ਇੱਥੋਂ ਪਿੱਠੂ ਬੈਗ ਰਾਹੀਂ ਲੋੜੀਂਦਾ ਸਮਾਨ ਹੀ ਲਿਜਾਇਆ ਜਾਂਦਾ ਹੈ। ਤਾਂ ਜਿਹੜਾ ਤੁਹਾਡੇ ਕੋਲ ਜ਼ਿਆਦਾ ਸਮਾਨ ਹੈ ਉਹ ਤੁਸੀਂ ਆਪਣੀ ਬੱਸ ਵਿੱਚ ਹੀ ਰੱਖਣਾ ਹੁੰਦਾ ਹੈ, ਅਤੇ ਜਿਹੜਾ ਬਹੁਤ ਜ਼ਰੂਰੀ ਸਮਾਨ ਹੈ ਉਸਨੂੰ ਆਪਣੇ ਪਿੱਠੂ ਬੈਗ 'ਚ ਪਾ ਕੇ ਨਾਲ ਲੈ ਕੇ ਜਾਣਾ ਹੁੰਦਾ ਹੈ। ਇਸ ਸਮਾਨ ਵਿੱਚ ਗਰਮ ਕੱਪੜੇ, ਬਰਸਾਤੀ, ਦਵਾਈ, ਬੈਟਰੀ, ਪਾਣੀ ਆਦਿ ਚੀਜ਼ਾਂ ਜ਼ਰੂਰੀ ਹਨ। ਪਵਿੱਤਰ ਗੁਫਾ ਤੱਕ ਜਾਣ ਲਈ ਦੋ ਰਸਤੇ ਹਨ। ਇੱਕ ਰਸਤਾ ਪਹਿਲਗਾਮ ਤੋਂ ਚੰਦਨਵਾੜੀ, ਸ਼ੇਸ਼ਨਾਗ ਅਤੇ ਪੰਚਤਰਨੀ ਹੋ ਕੇ ਅਤੇ ਦੂਜਾ ਬਾਲਟਾਲ ਰਾਹੀਂ ਪਵਿੱਤਰ ਗੁਫਾ ਤੱਕ ਪਹੁੰਚਦਾ ਹੈ। ਜਿਹੜੇ ਯਾਤਰੀ ਪਹਿਲਗਾਮ ਤੋਂ ਯਾਤਰਾ ਸ਼ੁਰੂ ਕਰਕੇ ਵਾਪਸੀ ਬਾਲਟਾਲ ਰਾਹੀਂ ਆਉਂਦੇ ਹਨ, ਉਹਨਾਂ ਦੀਆਂ ਬੱਸਾਂ ਬਾਲਟਾਲ ਪਹੁੰਚ ਜਾਂਦੀਆਂ ਹਨ। ਕਾਫੀ ਗਿਣਤੀ ਵਿੱਚ ਯਾਤਰੀ ਬਾਲਟਾਲ ਰਾਹੀਂ ਹੀ ਜਾਂਦੇ ਹਨ ਅਤੇ ਇਸੇ ਰਾਸਤਿਓਂ ਹੀ ਵਾਪਸ ਆਉਂਦੇ ਹਨ। ਅਸੀਂ ਪਹਿਲਗਾਮ ਤੋਂ ਅੱਗੇ ਚੰਦਨਵਾੜੀ ਤੋਂ ਯਾਤਰਾ ਸ਼ੁਰੂ ਕਰਨੀ ਸੀ। ਤਾਂ ਉਹਨਾਂ ਨੇ ਚੰਦਨਵਾੜੀ ਤੋਂ ਯਾਤਰਾ ਸ਼ੁਰੂ ਕਰਨੀ ਸੀ। ਨਹਾ ਧੋ ਕੇ ਅਸੀਂ ਸਵੇਰੇ 5 ਵਜੇ ਕਤਾਰ ਵਿੱਚ ਜਾਣ ਲੱਗੇ। ਕਤਾਰ ਹੁੰਦਾ ਲਾਈਨ। ਅੱਗੇ ਸੁਰੱਖਿਆ ਦਸਤਿਆਂ ਨੇ ਰੋਕ ਲਾਈ ਹੋਈ ਸੀ। 2 ਕੁ ਘੰਟਿਆਂ ਬਾਅਦ ਜਦੋਂ ਹਰੀ ਝੰਡੀ ਮਿਲੀ ਤਾਂ ਚੰਦਨਵਾੜੀ ਪਹੁੰਚਣ ਲਈ ਯਾਤਰੀ ਟੈਕਸੀਆਂ ਵੱਲ ਨੂੰ ਦੌੜ ਪਏ। ਤਾਂ ਉਹਨਾਂ ਨੇ ਪਹਿਲਗਾਮ ਤੋਂ ਚੰਦਨਵਾੜੀ ਟੈਕਸੀ ਲੈਣੀ ਸੀ ਅਤੇ ਫਿਰ ਚੰਦਨਵਾੜੀ ਤੋਂ ਅੱਗੇ ਯਾਤਰਾ ਸ਼ੁਰੂ ਹੋਵੇਗੀ। ਨਦੀ ਦੇ ਕੰਢੇ ਕੰਢੇ ਚੰਦਨਵਾੜੀ ਇੱਥੋਂ 16 ਕਿਲੋਮੀਟਰ ਦੂਰ ਹੈ। ਇਹ ਸਥਾਨ ਸਮੁੰਦਰੀ ਤਲ ਤੋਂ 8500 ਯਾਨੀ ਕਿ 8500 ਫੁੱਟ ਦੀ ਉਚਾਈ 'ਤੇ ਹੈ। ਇੱਥੋਂ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ। ਯਾਤਰੀਆਂ ਕੋਲ ਡੰਡਾ ਹੋਣਾ ਜ਼ਰੂਰੀ ਹੈ, ਜਿਸ ਆਸਰੇ ਉਹ ਤਿੱਖੀ ਚੜ੍ਹਾਈ ਚੜ੍ਹਦੇ ਹਨ। ਇੱਥੇ ਵੱਖ-ਵੱਖ ਸੂਬਿਆਂ ਤੋਂ ਆਏ ਲੰਗਰ ਲੱਗੇ ਹੋਏ ਸਨ। ਸ਼ੇਸ਼ਨਾਗ ਇੱਥੋਂ 8 ਕਿਲੋਮੀਟਰ ਦੂਰ ਹੈ। ਪੈਦਲ ਯਾਤਰਾ ਦੌਰਾਨ ਇੱਕ ਪਾਸੇ ਉੱਚੇ ਪਹਾੜ ਹਨ ਅਤੇ ਦੂਜੇ ਪਾਸੇ ਡੂੰਘੀਆਂ ਖਾਈਆਂ। ਤੁਰਨ ਤੋਂ ਅਸਮਰਥ ਯਾਤਰੀ ਘੋੜਿਆਂ ਦਾ ਆਸਰਾ ਲੈਂਦੇ ਹਨ। ਘੋੜਿਆਂ ਵਾਲੇ ਜ਼ਿਆਦਾਤਰ ਡੂੰਘੀਆਂ ਖਾਈਆਂ ਵੱਲ ਨੂੰ ਚੱਲਦੇ ਹਨ ਅਤੇ ਯਾਤਰੀਆਂ ਨੂੰ ਪਹਾੜ ਵੱਲ ਜਾਣ ਲਈ ਆਵਾਜ਼ਾਂ ਦਿੰਦੇ ਹਨ। ਪਿੱਸੂ ਘਾਟੀ ਤੱਕ ਚੜ੍ਹਾਈ ਤਿੱਖੀ ਹੈ। ਤਿੱਖੀ ਮਤਲਬ ਬਿਲਕੁਲ ਸਿੱਧੀ ਚੜ੍ਹਾਈ। ਰਸਤੇ ਵਿੱਚ ਪ੍ਰਕਿਰਤੀ ਦੇ ਅਜਬ ਦ੍ਰਿਸ਼ ਹਨ। ਅਜਬ ਮਤਲਬ ਬਹੁਤ ਅਜੀਬ, ਬਹੁਤ ਸੋਹਣੇ। ਇੱਕ ਪਾਸੇ ਬਰਫ਼ ਦੇ ਪਹਾੜ ਹਨ, ਦੂਜੇ ਪਾਸੇ ਰੁੰਡ-ਮੁੰਡ ਪਹਾੜੀਆਂ। ਰੁੰਡ-ਮੁੰਡ ਪਹਾੜੀਆਂ ਜਿਨ੍ਹਾਂ ਉੱਤੇ ਰੁੱਖ ਨਹੀਂ ਹਨ। ਮੌਸਮ ਦੇ ਮਿਜਾਜ਼ ਦਾ ਕੋਈ ਪਤਾ ਨਹੀਂ ਲੱਗਦਾ। ਕਦੇ ਗਰਮੀ, ਕਦੇ ਸ਼ੀਤ ਹਵਾਵਾਂ ਅਤੇ ਕਦੇ ਬਿੰਦ ਝੱਟ ਬਦਲੀ ਸਿਰ 'ਤੇ ਆ ਕੇ ਵਰਖਾ ਸ਼ੁਰੂ ਕਰ ਦਿੰਦੀ ਹੈ। ਬਿੰਦ ਝੱਟ ਮਤਲਬ ਅਚਾਨਕ ਹੀ, ਮਿੰਟਾਂ ਵਿੱਚ। ਤਾਂ ਉੱਥੇ ਮੌਸਮ ਬਹੁਤ ਜਲਦੀ ਵਾਰ-ਵਾਰ ਬਦਲਦਾ ਹੈ।
ਇਸ ਮੌਕੇ ਬਰਸਾਤੀ ਅਤੇ ਗਰਮ ਕੱਪੜੇ ਪਹਿਨਣੇ ਪੈਂਦੇ ਹਨ। ਤਿਲਕਣ ਤੋਂ ਬਚਾਅ ਲਈ ਡੰਡਾ ਸਾਥ ਦਿੰਦਾ ਹੈ। ਸ਼ੇਸ਼ਨਾਗ ਤੋਂ 2 ਕਿਲੋਮੀਟਰ ਪਿੱਛੇ ਵਰਖਾ ਸ਼ੁਰੂ ਹੋ ਗਈ ਅਤੇ ਕਾਫੀ ਸਮਾਂ ਗੜੇ ਪੈਂਦੇ ਰਹੇ। ਠੰਡ ਇੱਕਦਮ ਵੱਧ ਗਈ। ਵਰਦੇ ਮੀਂਹ 'ਚ ਅਸੀਂ ਸ਼ੇਸ਼ਨਾਗ ਪਹੁੰਚੇ। ਇਹ ਸਥਾਨ ਸਮੁੰਦਰੀ ਤਲ ਤੋਂ ਉਚਾਈ 11,330 ਫੁੱਟ ਹੈ। ਇੱਥੇ ਅਸੀਂ ਰਾਤ ਠਹਿਰਨਾ ਸੀ। तो अपनी यात्रा के अगले पड़ाव शेषनाग पहुँच गए, जिथे कि हुण रात ठहरनगे तो अगले दिन अगे की यात्रा शुरू करनगे। सवेरे लंगर छकन उपरंत पंचतरनी लई चल पे। 2 कुछ घंटिया बाद गणेश टाप पहुँचे। इत्थों के दृश्य भी वेखण योग सन। सारे पासे बर्फ ही बर्फ सी। यात्रियों की सहूलत लई इत्थे लंगर अते फर्स्ट एड कैंप लाए हुए सन। दोपहर वेले असीं पंचतरनी पहुँच गए। इत्थे तंबूआं विच काफ़ी श्रद्धालु ठहरे हुए सन। तां हुण ओह पंचतरनी पहुँच गए हैं। पंचतरनी स्थान बारे मानता है कि भगवान शंकर ने श्री अमरनाथ गुफा विच प्रवेश तो पहलां 5 तत्तां दा त्याग करके तांडव नृत्य कीता सी। तिखी चढ़ाई वाले रस्ते हुंदे होए असीं बर्फ दीआं टिग्गां अते बर्फ दे बने पुलां उत्तों गुजर के शाम वेले पवित्र गुफा दे नज़दीक पहुँचे। रात नूं तंबू किराए ते लिया। नहा धो के असीं 3 वजे तड़के दर्शनां लई कतारां विच लग गए। 8 वजे दर्शन शुरू होए। 10 वजे असीं गुफा विच सां। इस स्थान ते भगवान शंकर ने माता पार्वती नूं अमर कथा सुनाई सी। यह पावन स्थान समुद्री तल तो 12,729 फुट की उचाई ते स्थित है। बालटाल तो हैलीकॉप्टर की सेवा भी शुरू किए जाने की आस है। वापसी का साडा प्रोग्राम बालटाल राही आउण दा सी। तिखी उतराई चढ़ाई के बराबर ही है, क्योंकि जो तुहानूं तिखे रास्ते तो उतरना पैंदा तो उससे भी तुहाडा चढ़ाई जिन्ना ही जोर लगता है, क्योंकि तुहानूं अपने शरीर नूं काबू करके रखना पैंदा है, नहीं तो तुसीं बिल्कुल सीधे मुँह पार डिग सकते हो। राह विच चट्टानां खिसकण वाले पहाड़ हैं। गुफा नेड़ले पहाड़ां ते बनस्पति बहुत घट है। बनस्पति मतलब पेड़ पौधे रुख। पिछले सालों के मुकाबले यात्रियों लिए सहूलतां विच वाधा होया है। चौथे दिन असीं चेहरिਆਂ ते अदुੱਤੀ खुशी अते अपुल यादां लैके वापस चल पए। रास्ते विच असीं डल झील अते कश्मीर दीआं सुंदर वादियां नूं नेड़ियों तकना सी, तो उन्होंने हुण डल झील भी जाना सी ते वो वापस अमरनाथ तो चल पे। तो बच्चों, किस तरह लग्या तुहानूं अमरनाथ की यात्रा का एक्सपीरियंस? मज़ा आया ना? चलो हुण आपां इस पाठ का अभ्यास हल करते हैं। अभ्यास विच सब तो पहला है ठीक उत्तर अगे सही का निशान लगाओ, जिस विच कि साडा पहला प्रश्न है, श्री अमरनाथ अस्थान किस प्रांत विच है? इसका उत्तर है एड़ा, जम्मू कश्मीर। पहलगाम तो चंदनवाड़ी कितनी दूर है? 16 किलोमीटर, 26 किलोमीटर या 14 किलोमीटर? सही उत्तर है ऊड़ा, 16 किलोमीटर। तुरंत तो असमर्थ यात्री काहदी सवारी करते हैं? घोड़ा, ऊठ या हाथी? सही उत्तर है ऊड़ा, घोड़ा। श्री अमरनाथ गुफा की समुंदर तल तो उचाई कितनी है? सही उत्तर है एड़ा, 12,729 फुट। ते आखिरी प्रश्न है, राह विच किहो जहे पहाड़ हैं? चट्टाना खिसकन वाले, संघने जंगलों वाले या हरे भरे? इसका सही उत्तर है ऊड़ा, चट्टाना खिसकन वाले। इस तो बाद है साडा अगला प्रश्न, जो कि है छोटे प्रश्नों के उत्तर। इस विच साडा पहला प्रश्न है, अमरनाथ यात्रा लई सारे साथी क्यों सहमत हो गए? इसका उत्तर आएगा, अमरनाथ यात्रा लई सारे साथी तां सहमत हो गए क्योंकि ये स्थान उन्हां विचों पहलां किसी ने भी नहीं सी देखा। अगला प्रश्न है, लखनपुर सरहद ते ज़्यादातर यात्री की कर रहे सन? लखनपुर सरहद ते ज़्यादातर यात्री उत्थों दे मशहूर पकवान लड्डुआं दा स्वाद चख रहे सन। तीसरा प्रश्न है, पत्नीटाप दा मौसम किहो जिहा सी? इसका उत्तर है पत्नीटाप दा मौसम ठंडा सी। चौथा प्रश्न है, श्री अमरनाथ श्राइन बोर्ड वालों किहड़े प्रबंध किए गए सन? श्री अमरनाथ श्राइन बोर्ड वालों यात्रियों की सुरक्षा का इंतजाम, मैडिकल कैंप अते आरजी पखाने अते इशनान करां दा प्रबंध किया गया सी।
ਤੇ ਇਸ ਵਿੱਚ ਸਾਡਾ ਆਖਰੀ ਪ੍ਰਸ਼ਨ ਹੈ, ਪਿੱਸੂ ਘਾਟੀ ਤੱਕ ਚੜ੍ਹਾਈ ਕਿਹੋ ਜਿਹੀ ਹੈ। ਇਸ ਦਾ ਉੱਤਰ ਆਏਗਾ, ਪਿੱਸੂ ਘਾਟੀ ਤੱਕ ਚੜ੍ਹਾਈ ਤਿੱਖੀ ਹੈ। ਅਗਲਾ ਹੈ ਅਭਿਆਸ ਦਾ ਤੀਸਰਾ ਪ੍ਰਸ਼ਨ, ਸੰਖੇਪ ਉੱਤਰਾਂ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ, ਲੇਖਕ ਅਤੇ ਉਸਦੇ ਸਾਥੀ ਲਖਨਪੁਰ ਸਰਹੱਦ ਤੱਕ ਕਿਵੇਂ ਪਹੁੰਚੇ। ਇਸ ਦਾ ਉੱਤਰ ਹੈ, ਲੇਖਕ ਅਤੇ ਉਸਦੇ ਸਾਥੀ ਬੱਸ ਰਾਹੀਂ ਗੜਸ਼ੰਕਰ ਤੋਂ ਲਖਨਪੁਰ ਸਰਹੱਦ ਤੱਕ ਪਹੁੰਚੇ। ਦੂਸਰਾ ਪ੍ਰਸ਼ਨ ਹੈ, ਲੰਗਰਾਂ ਵਿੱਚ ਕਿਹੜੇ-ਕਿਹੜੇ ਪਕਵਾਨ ਪਰੋਸੇ ਜਾਂਦੇ ਹਨ। ਇਸ ਦਾ ਉੱਤਰ ਹੈ, ਲੰਗਰ ਵਿੱਚ ਖੀਰ, ਜਲੇਬੀ, ਕੇਸਰ ਦੁੱਧ, ਮੁਰੱਬਾ ਅਤੇ ਦੱਖਣੀ ਰਾਜਾਂ ਦੇ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਪਰੋਸੇ ਜਾਂਦੇ ਹਨ। ਦੱਖਣੀ ਰਾਜਾਂ ਦੇ ਮਤਲਬ ਸਾਊਥ ਇੰਡੀਅਨ ਫੂਡ ਜਿਹਨੂੰ ਅਸੀਂ ਕਹਿੰਦੇ ਹਾਂ, ਜਿਵੇਂ ਡੋਸਾ ਹੋ ਗਿਆ, ਵੜੇ ਹੋ ਗਏ ਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ। ਤੀਸਰਾ ਪ੍ਰਸ਼ਨ ਹੈ, ਤੀਜੇ ਦਿਨ ਸਵਖਤੇ ਅਨਾਉਂਸਮੈਂਟ ਰਾਹੀਂ ਕੀ ਸੂਚਨਾ ਮਿਲੀ। ਇਸ ਦਾ ਉੱਤਰ ਹੈ, ਤੀਜੇ ਦਿਨ ਸਵਖਤੇ ਅਨਾਉਂਸਮੈਂਟ ਰਾਹੀਂ ਯਾਤਰਾ ਸ਼ੁਰੂ ਹੋਣ ਦੀ ਸੂਚਨਾ ਮਿਲੀ। ਚੌਥਾ ਪ੍ਰਸ਼ਨ ਹੈ, ਸ਼੍ਰੀ ਅਮਰਨਾਥ ਗੁਫਾ ਤੱਕ ਪਹੁੰਚਣ ਲਈ ਕਿਹੜੇ-ਕਿਹੜੇ ਰਸਤੇ ਹਨ। ਗੁਫਾ ਤੱਕ ਜਾਣ ਲਈ 2 ਰਸਤੇ ਹਨ। ਇੱਕ ਰਸਤਾ ਪਹਿਲਗਾਮ ਤੋਂ ਚੰਦਨਵਾੜੀ, ਸ਼ੇਸ਼ਨਾਗ ਅਤੇ ਪੰਚਤਰਨੀ ਹੋ ਕੇ ਅਤੇ ਦੂਜਾ ਰਸਤਾ ਬਾਲਟਾਲ ਰਾਹੀਂ ਗੁਫਾ ਤੱਕ ਪਹੁੰਚਦਾ ਹੈ। ਪੰਜਵਾਂ ਪ੍ਰਸ਼ਨ ਹੈ, ਪੈਦਲ ਯਾਤਰਾ ਵਿਚਲੇ ਰਸਤੇ ਦੇ ਦ੍ਰਿਸ਼ਾਂ ਦਾ ਵਰਣਨ ਕਰੋ। ਇਸ ਦਾ ਉੱਤਰ ਹੈ, ਪੈਦਲ ਯਾਤਰਾ ਦੌਰਾਨ ਇੱਕ ਪਾਸੇ ਉੱਚੇ ਪਹਾੜ ਹਨ ਅਤੇ ਦੂਜੇ ਪਾਸੇ ਡੂੰਘੀਆਂ ਖਾਈਆਂ। ਕਈ ਯਾਤਰੀ ਘੋੜਿਆਂ ਤੇ ਜਾਂਦੇ ਹਨ। ਮੌਸਮ ਵੀ ਵਾਰ-ਵਾਰ ਬਦਲਦਾ ਹੈ। ਇਸ ਤੋਂ ਅੱਗੇ ਸਾਡਾ ਚੌਥਾ ਪ੍ਰਸ਼ਨ ਹੈ, ਵਾਕਾਂ ਵਿੱਚ ਵਰਤੋ, ਜਿਸ ਵਿੱਚ ਕਿ ਪਹਿਲਾ ਸ਼ਬਦ ਹੈ ਚਰਚਾ। ਚਰਚਾ ਹੁੰਦਾ ਹੈ ਕਿਸੇ ਚੀਜ਼ ਬਾਰੇ ਗੱਲ ਹੋਣੀ। ਅੱਜ ਕੱਲ੍ਹ ਹਰ ਕੋਈ ਕਰੋਨਾ ਬਾਰੇ ਚਰਚਾ ਕਰ ਰਿਹਾ ਹੈ। ਅਗਲਾ ਹੈ ਵਿਰਲੇ ਵਿਰਲੇ। ਵਿਰਲੇ ਵਿਰਲੇ ਦਾ ਭਾਵ ਹੁੰਦਾ ਹੈ ਕੋਈ ਕੋਈ ਜਾਂ ਕਿਤੇ ਕਿਤੇ। ਰਾਹ ਵਿੱਚ ਵਿਰਲੇ ਵਿਰਲੇ ਰੁੱਖ ਸਨ। ਅਗਲਾ ਹੈ ਪ੍ਰਬੰਧ। ਅਸੀਂ ਰੋਟੀ ਦਾ ਪ੍ਰਬੰਧ ਕੀਤਾ। ਅਗਲਾ ਸ਼ਬਦ ਹੈ ਕਤਾਰ। ਕਤਾਰ ਦਾ ਮਤਲਬ ਲਾਈਨ। ਅਸੀਂ ਕਤਾਰ ਵਿੱਚ ਖੜ ਕੇ ਟਿਕਟ ਲਈ। ਅਗਲਾ ਸ਼ਬਦ ਹੈ ਬਿੰਦ ਝੱਟ। ਬਿੰਦ ਝੱਟ ਮਤਲਬ ਬਿਲਕੁਲ ਮਿੰਟਾਂ ਵਿੱਚ, ਥੋੜ੍ਹੀ ਦੇਰ ਬਾਅਦ। ਬਿੰਦ ਝੱਟ ਮੀਂਹ ਪੈਣ ਲੱਗ ਜਾਂਦਾ ਸੀ। ਅਗਲਾ ਸ਼ਬਦ ਹੈ ਗੜੇ। ਅੱਜ ਸਵੇਰੇ ਮੀਂਹ ਨਾਲ ਗੜੇ ਪਏ ਸਨ। ਗੜੇ ਹੁੰਦਾ ਹੈ ਓਲੇ। ਸਾਡਾ ਪੰਜਵਾਂ ਪ੍ਰਸ਼ਨ ਹੈ ਖਾਲੀ ਥਾਵਾਂ ਭਰੋ, ਜਿਸ ਵਿੱਚ ਕਿ ਪਹਿਲਾ ਹੈ, ਜਦੋਂ ਮੂੰਹ ਹਨੇਰੇ ਚਨੈਨੀ ਪਹੁੰਚੇ ਤਾਂ ਡੈਸ਼ ਨਜ਼ਾਰੇ ਸ਼ੁਰੂ ਹੋ ਚੁੱਕੇ ਸਨ। ਮਨਮੋਹਕ ਨਜ਼ਾਰੇ। ਦੂਸਰਾ, ਰਾਮਬਾਨ ਤੋਂ ਅੱਗੇ 2.5 ਕਿਲੋਮੀਟਰ ਲੰਬੀ ਡੈਸ਼ ਸੁਰੰਗ ਲੰਘਣੀ ਪੈਂਦੀ ਹੈ। ਇਸ ਵਿੱਚ ਆਏਗਾ ਜਵਾਹਰ। ਜਵਾਹਰ ਸੁਰੰਗ ਲੰਘਣੀ ਪੈਂਦੀ ਹੈ। ਤੀਸਰਾ ਹੈ, ਯਾਤਰਾ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਡੈਸ਼ ਵੱਲੋਂ ਉਚੇਚੇ ਪ੍ਰਬੰਧ ਕੀਤੇ ਹੋਏ ਸਨ। ਇਸ ਵਿੱਚ ਆਏਗਾ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ। ਚੌਥਾ ਹੈ, ਇੱਕ ਪਾਸੇ ਉੱਚੇ ਡੈਸ਼ ਹਨ ਅਤੇ ਦੂਜੇ ਪਾਸੇ ਡੂੰਘੀਆਂ ਡੈਸ਼। ਇੱਕ ਪਾਸੇ ਉੱਚੇ ਪਹਾੜ ਹਨ ਅਤੇ ਦੂਜੇ ਪਾਸੇ ਡੂੰਘੀਆਂ ਖਾਈਆਂ। ਪੰਜਵਾਂ ਹੈ, ਤਿਲਕਣ ਤੋਂ ਬਚਾ ਲਈ ਡੈਸ਼ ਸਾਥ ਦਿੰਦਾ ਹੈ। ਇਸ ਵਿੱਚ ਆਏਗਾ ਡੰਡਾ। ਡੰਡਾ ਸਾਥ ਦਿੰਦਾ ਹੈ। ਬੱਚੋ, ਮੈਂ ਤੁਹਾਨੂੰ ਖਾਲੀ ਸਥਾਨ ਅਲੱਗ ਤੋਂ ਲਿਖ ਕੇ ਦਿੱਤੇ ਨੇ ਕਿਉਂਕਿ ਵਿੱਚ ਭਰਨ ਲਈ ਜਗ੍ਹਾ ਘੱਟ ਸੀ, ਪਰ ਤੁਸੀਂ ਇਹਨਾਂ ਨੂੰ ਆਪਣੇ ਕਾਪੀ ਵਿੱਚ ਕਰਦੇ ਹੋਏ ਪੂਰਾ ਵਾਕ ਲਿਖ ਕੇ ਉਸਦੇ ਵਿੱਚ ਹੀ ਖਾਲੀ ਸਥਾਨ ਭਰਨਾ ਹੈ। ਸਾਡਾ 6ਵਾਂ ਪ੍ਰਸ਼ਨ ਹੈ, ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ, ਜਿਸ ਵਿੱਚ ਕਿ ਪਹਿਲਾ ਸ਼ਬਦ ਹੈ ਛੁੱਟੀਆਂ, ਜਿਸ ਦਾ ਹਿੰਦੀ ਵਿੱਚ ਆਏਗਾ ਛੁੱਟੀਆਂ ਤੇ ਅੰਗਰੇਜ਼ੀ ਵਿੱਚ ਆਏਗਾ ਹੌਲੀਡੇਜ਼। HOLIDAYS। ਅਗਲਾ ਹੈ ਸਮਾਂ, ਜਿਸ ਹਿੰਦੀ ਵਿੱਚ ਆਏਗਾ ਸਮੇਂ ਤੇ ਅੰਗਰੇਜ਼ੀ ਵਿੱਚ ਆਏਗਾ ਟਾਈਮ। ਅਗਲਾ ਸ਼ਬਦ ਹੈ ਯਾਤਰਾ। ਹਿੰਦੀ ਵਿੱਚ ਯਾਤਰਾ, ਅੰਗਰੇਜ਼ੀ ਵਿੱਚ ਜਰਨੀ। JOURNEY। ਵੈਸੇ ਇਸ ਨੂੰ ਐਗਜ਼ੈਕਟ ਲਿਖਣਾ ਹੋਵੇ ਤਾਂ ਪਿਲਗ੍ਰਿਮੇਜ ਲਿਖਾਂਗੇ, PILGRIMAGE। ਅਗਲਾ ਹੈ ਫਟਾਫਟ, ਜੋ ਹੋਏਗਾ ਜਲਦੀ ਸੇ ਤੇ ਅੰਗਰੇਜ਼ੀ ਵਿੱਚ ਹੋਏਗਾ ਕੁਇਕਲੀ, QUICKLY। ਤੇ ਸਾਡਾ ਆਖਰੀ ਸ਼ਬਦ ਹੈ ਸੁੰਦਰ, ਜੋ ਕਿ ਹਿੰਦੀ ਵਿੱਚ ਵੀ ਸੁੰਦਰ ਤੇ ਅੰਗਰੇਜ਼ੀ ਵਿੱਚ ਬਿਊਟੀਫੁਲ, BEAUTIFUL। ਇਸ ਤੋਂ ਬਾਅਦ ਹੈ ਸਾਡਾ ਪ੍ਰਸ਼ਨ, ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ। ਤੁਸੀਂ ਇੱਕ ਪਾਸੇ ਅਸ਼ੁੱਧ ਸ਼ਬਦ ਲਿਖਣੇ ਨੇ ਤੇ ਉਸਦੇ ਸਾਹਮਣੇ ਉਸਦਾ ਸਹੀ ਉੱਤਰ ਯਾਨੀ ਕਿ ਉਸਦਾ ਸ਼ੁੱਧ ਸ਼ਬਦ ਲਿਖਣਾ ਹੈ।
ਇਹ ਸ਼ਬਦ ਹਨ ਪ੍ਰਬੰਧ, ਸੰਘਣੇ, ਰਸਤਿਓਂ, ਡੂੰਘੀਆਂ ਅਤੇ ਬਨਸਪਤੀ। ਤਾਂ ਬੱਚਿਓ, ਇਹ ਸੀ ਸਾਡਾ ਪਾਠ ਸ਼੍ਰੀ ਅਮਰਨਾਥ ਯਾਤਰਾ, ਜਿਸ ਦੇ ਲੇਖਕ ਹਨ ਅਮਰੀਕ ਸਿੰਘ ਦਿਆਲ ਜੀ। ਅੰਤ ਵਿੱਚ ਤੁਹਾਨੂੰ ਇੱਕ ਅਸਾਈਨਮੈਂਟ ਦਿੱਤੀ ਗਈ ਹੈ, ਉਹ ਹੈ ਬੱਚਿਓ, ਤੁਸੀਂ ਕੋਈ ਯਾਤਰਾ ਕੀਤੀ ਹੋਵੇਗੀ, ਉਸ ਦਾ ਹਾਲ ਆਪਣੇ ਸ਼ਬਦਾਂ ਵਿੱਚ ਲਿਖ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ। ਤਾਂ ਤੁਸੀਂ ਜੋ ਵੀ ਕਿਤੇ ਗਏ ਹੋ, ਕਿਸੇ ਵੀ ਜਗ੍ਹਾ ਦੀ ਯਾਤਰਾ ਕੀਤੀ ਹੈ, ਜਿਵੇਂ ਕਈ ਬੱਚੇ ਮਨਸਾ ਦੇਵੀ ਗਏ ਹੋਣਗੇ, ਜਾਂ ਕੋਈ ਬੱਚਾ ਨਾਢਾ ਸਾਹਿਬ ਜਾਂ ਹਰਿਮੰਦਰ ਸਾਹਿਬ ਜਾਂ ਵੈਸ਼ਨੋ ਦੇਵੀ, ਚਿੰਤਪੁਰਨੀਮਾ, ਕਿਤੇ ਵੀ ਗਏ ਹੋ ਤੁਸੀਂ, ਤਾਂ ਉਸ ਬਾਰੇ ਤੁਸੀਂ ਲਿਖਣਾ ਹੈ ਕਿ ਉੱਥੇ ਤੁਸੀਂ ਕੀ ਕੀ ਕੀਤਾ ਅਤੇ ਕਿਸ ਤਰ੍ਹਾਂ ਰਾਸਤੇ ਵਿੱਚ ਕੀ ਕੀ ਕੀਤਾ। ਇਹ ਸੀ ਤੁਹਾਡਾ ਪਾਠ ਯਾਤਰਾ ਸ਼੍ਰੀ ਅਮਰਨਾਥ। ਮੈਨੂੰ ਉਮੀਦ ਹੈ ਤੁਹਾਨੂੰ ਇਸ ਯਾਤਰਾ ਦਾ ਵੀ ਬਹੁਤ ਮਜ਼ਾ ਆਇਆ ਅਤੇ ਤੁਸੀਂ ਇਸ ਵੀਡੀਓ ਦੀ ਸਹਾਇਤਾ ਨਾਲ ਇਸ ਦਾ ਅਭਿਆਸ ਵੀ ਹੱਲ ਕਰ ਲਵੋਗੇ। ਤੁਹਾਡਾ ਅਗਲਾ ਪਾਠ ਲੈ ਕੇ ਮੈਂ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੀ। ਉਦੋਂ ਤੱਕ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ YouTube ਚੈਨਲ ਪੰਜਾਬੀ ਸਕੂਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਰਮਨਦੀਪ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।